नानक होसी भी सच। प्रभ दातो दातार, परियो जाचक एक सरना। मिलै दान संत रीन, जेह लग भौजल तरना। बिनत करो अरदास, सुनो जे ठाकुर भावै। देहो दरस मन चाओ, भगत इहो मन ठहरावै। बलियो चिराग अंधियार मह, सब काल उदरी एक नाम धर्म। प्रगट सगल हर भवन मह, जन नानक गुर पार ब्रह्म। प्रगट सगल हर भवन मह, जन नानक गुर पार ब्रह्म। श्री वाहिगुरु साहिब जी। श्री राग महला पहला। एहो मनो मूर्ख लोभिया, लोभे लगा लुभाना। शब्द ना पीछे साधता, दुर्मत आवन जाना। एहो मनो मूर्ख लोभिया, लोभे लगा लुभाना। शब्द ना पीछे साधता, जाना। वाहिगुरु जी का खालसा, वाहिगुरु जी की फतेह। परम सत्कारयोग दीना बंधु भगत वशल करुणा निदान अंतरजामी सतगुरु गरीब निवाज। ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਉਪਰੰਤ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਦੇ ਪਾਠ
ਅਤੇ ਆਸਾ ਦੀ ਵਾਰ ਦਾ ਰਸ ਪਿੰਨਾ ਸ਼ਬਦ ਕੀਰਤਨ ਹੋਇਆ ਹੈ। ਆਓ ਹੁਣ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਨਿਤਾ ਪ੍ਰਤੀ ਦੀ ਮਰਿਆਦਾ ਅਨੁਸਾਰ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ ਜੀ। ਅੱਜ ਦੇ ਸ਼ਬਦ ਵਿੱਚ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ। ਕਿ ਹੇ ਸਾਖਤ ਮਨਮੁਖ ਪੁਰਖ, ਜਿਹੜੀ ਹਰ ਵੇਲੇ ਤੂੰ ਮੈਂ ਕਰਦਾ ਰਹਿਣਾ ਹੈ, ਇਸ ਮੈਂ ਨੂੰ ਆਪਣੇ ਅੰਦਰੋਂ ਕੱਢ। ਕਿਉਂਕਿ ਜਦੋਂ ਤੱਕ ਮੈਂ ਹੈ ਉਦੋਂ ਤੱਕ ਤੂੰ ਨਹੀਂ ਹੋ ਸਕਦਾ, ਤੇ ਜਦੋਂ ਤੂੰ ਹੋਵੇਗਾ ਉਦੋਂ ਮੈਂ ਨੂੰ ਕੋਈ ਥਾਂ ਨਹੀਂ ਬਚੇਗੀ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਜਿੱਥੇ ਮੈਂ ਹੋਵਾਂਗਾ ਉੱਥੇ ਤੂੰ ਨਹੀਂ ਹੋਵੇਂਗਾ, ਔਰ ਜਿੱਥੇ ਤੂੰ ਹੋਵੇਂਗਾ ਉੱਥੇ ਮੈਂ ਵਾਸਤੇ ਕੋਈ ਜਗ੍ਹਾ ਨਹੀਂ ਬਚੇਗੀ। ਵਿਦਵਾਨਾਂ ਦਾ ਕਥਨ ਹੈ ਕਿ ਬੱਕਰੀ ਜਦੋਂ ਤੱਕ ਜਿੰਦਾ ਹੁੰਦੀ ਹੈ ਉਦੋਂ ਤੱਕ ਮੈਂ ਕਰਦੀ ਹੈ, ਪਰ ਜਦੋਂ ਉਸ ਨੂੰ ਜ਼ਿਬਾ ਕਰਕੇ ਉਹਦੀ ਖੱਲੜੀ ਦੀ ਤਾਰ ਬਣਾ ਕੇ ਤੁੰਬੀ ਵਿੱਚ ਪਾ ਲਈ ਜਾਂਦੀ ਹੈ, ਤੇ ਜਿਹੜੀ ਬੱਕਰੀ ਜਿਉਂਦੇ ਜਾਗਦੇ ਜੀ ਮੈਂ ਕਰਦੀ ਸੀ, ਮੌਤ ਹੋਣ ਤੋਂ ਬਾਅਦ ਉਹ ਤੂੰ ਦਾ ਰਾਗ ਅਲਾਪਣ ਲੱਗ ਪੈਂਦੀ ਹੈ। ਬਿਲਕੁਲ ਇਵੇਂ ਹੀ ਜਦੋਂ ਤੱਕ ਬੰਦੇ ਦਾ ਮਨ ਜਿਉਂਦਾ ਹੈ ਉਦੋਂ ਤੱਕ ਹਰ ਵੇਲੇ ਮੈਂ ਹੀ ਕਰਦਾ ਹੈ। ਹਉ ਕਰਤ ਬੰਧਨ ਮਹਿ ਪਰਿਆ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਹਉਮੈ ਕਰਦਿਆਂ ਹੋਇਆਂ ਜੀਵ ਬੰਧਨਾਂ ਦੇ ਵਿੱਚ ਵੱਜ ਜਾਂਦਾ ਹੈ, ਔਰ ਐਸ ਕਦਰ ਬੰਧਨਾਂ ਦੇ ਵਿੱਚ ਵੱਜ ਜਾਂਦਾ ਕਿ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਧੋਵੈ, ਨਾਨਕ ਜਾਤੀ ਜਿਨਸੀ ਖੋਵੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਜਾ ਕੇ ਹਉਮੈ ਦੀ ਵਿਆਖਿਆ ਕਰਦੇ ਹੋਏ ਆਖਦੇ ਨੇ ਕਿ ਇਸ ਧਰਤੀ ਤੇ ਰਹਿਣ ਵਾਲਾ ਸਿਆਣਾ ਮਨੁੱਖ ਵੀ ਹੰਕਾਰ ਕਰਦਾ ਹੈ। ਚਲੋ ਸਿਆਣੇ ਦਾ ਹੰਕਾਰ ਕਰਨਾ ਤੇ ਕੁਝ ਹੱਦ ਤੱਕ ਵਾਜਬ ਹੈ, ਪਰ ਇੱਥੇ ਮੂਰਖ ਵੀ ਹੰਕਾਰ ਕਰਦਾ ਹੈ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਇਸ ਕਰਕੇ ਜਦੋਂ ਤੱਕ ਮਾਇਆ ਵਿਹੜਿਆ ਹਿਰਦਾ ਹਉ ਕਰਦਾ ਹੈ, ਮੈਂ ਕਰਦਾ ਹੈ, ਕਿਉਂਕਿ ਅਜੇ ਮਨ ਜਿੰਦਾ ਹੈ। ਜਦ ਤੱਕ ਮਨ ਜਿੰਦਾ ਹੈ ਉਦੋਂ ਤੱਕ ਮਨ ਮੈਂ ਕਰੇਗਾ, ਪਰੰਤੂ ਜਦੋਂ ਮਨ ਦੀ ਮੌਤ ਹੋ ਜਾਵੇਗੀ ਫਿਰ ਮੈਂ ਦੀ ਜਗ੍ਹਾ ਤੂੰ ਮੱਲ ਲਵੇਗੀ। ਜਿਵੇਂ ਬੱਕਰੀ ਜਿਉਂਦਿਆਂ ਮੈਂ ਕਰਦੀ ਹੈ ਪਰ ਮੌਤ ਤੋਂ ਬਾਅਦ ਤੂੰ ਦਾ ਰਾਗ ਅਲਾਪਦੀ ਹੈ, ਇਵੇਂ ਹੀ ਭਾਈ ਜਦੋਂ ਮਨ ਮਰ ਜਾਂਦਾ ਹੈ ਉਦੋਂ ਤੂੰ ਦਾ ਰਾਗ ਅਲਾਪਣ ਲੱਗ ਪੈਂਦਾ ਹੈ। ਫਿਰ ਤਾਂ ਕਬੀਰ ਜੀ ਦੇ ਵਾਂਗਰਾਂ ਕਹਿ ਉੱਠਦਾ ਹੈ ਕਿ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੇ ਪ੍ਰਮਾਤਮਾ, ਹੁਣ ਹਰ ਥਾਂ ਤੇ ਤੂੰ ਹੀ ਨਜ਼ਰ ਆਉਂਦਾ ਹੈ,
ਮੇਰੀ ਆਪਣੀ ਹੋਂਦ ਤਾਂ ਉਦੋਂ ਦੀ ਮੁੱਕ ਗਈ ਜਿਸ ਦਿਨ ਦਾ ਮੈਂ ਆਪਣੇ ਮਨ ਨੂੰ ਮਾਰ ਲਿਆ। ਹੁਣ ਕਣ ਕਣ ਦੇ ਵਿੱਚ ਤੂੰ ਹੀ ਤੂੰ ਨਜ਼ਰ ਆ ਰਿਹਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਸ ਹੰਕਾਰ ਸੂਰਮੇ ਨੂੰ ਮਾਰਨ ਵਾਸਤੇ ਅੱਜ ਦੇ ਪਾਵਨ ਸ਼ਬਦ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਇਹੋ ਮਨੋ ਮੂਰਖ ਲੋਭੀਆ, ਲੋਭੇ ਲੱਗਾ ਲੋਭਾਨ। ਸ੍ਰੀ ਰਾਗ ਅੰਦਰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਸ਼ਬਦ ਹੈ। ਗੁਰਬਾਣੀ ਦਾ ਅੰਗ ਹੈ 21। ਗਰੀਬ ਨਿਵਾਜ ਬਖਸ਼ਿਸ਼ ਕਰਦੇ ਹਨ। ਇਹੋ ਮਨੋ ਮੂਰਖ ਲੋਭੀਆ। ਸਾਖਤਾਂ ਦਾ ਇਹ ਮਨ ਮੂਰਖ ਹੈ ਤੇ ਲਾਲਚੀ ਹੈ, ਤੇ ਦਰ ਅਸਲ ਮੂਰਖ ਤੇ ਲਾਲਚੀ ਹੋਣ ਕਰਕੇ ਸਾਹਿਬ ਨੇ ਇਸ ਨੂੰ ਮਨੋ ਆਖਿਆ ਹੈ। ਮਨ ਦੀ ਜਗ੍ਹਾ ਮਨੋ ਸ਼ਬਦ ਵਰਤਿਆ ਹੈ, ਕਿਉਂਕਿ ਮਨੁੱਖ ਦੇ ਅੰਦਰ ਜੋ ਵਿਚਾਰਾਂ ਦਾ ਮਜਮੂਆ ਹੈ, ਚੰਗੇ ਤੇ ਮਾੜੇ ਖਿਆਲਾਂ ਦਾ ਜੋ ਇਕੱਠ ਹੈ, ਉਸ ਨੂੰ ਮਨ ਕਿਹਾ ਜਾਂਦਾ ਹੈ। ਪਰ ਜਦੋਂ ਇਸ ਮਨ ਦੇ ਵਿੱਚ ਕੇਵਲ ਮਾੜੇ ਹੀ ਖਿਆਲ, ਮਾੜੇ ਹੀ ਫੁਰਨੇ ਪੈਦਾ ਹੋਣ, ਫਿਰ ਗੁਰਬਾਣੀ ਨੇ ਇਸ ਨੂੰ ਮਨ ਨਹੀਂ ਕਿਹਾ, ਸਗੋਂ ਮਨੁਆ ਆਖਿਆ ਹੈ। ਮਨੁਆ ਜਾਂ ਮਨੋ ਦਾ ਅਰਥ ਹੈ ਕਿ ਐਵੇਂ ਚੰਚਲ ਜਿਹੀ ਬਿਰਤੀ ਵਾਲਾ ਮਨੁਆ। ਜਿਵੇਂ ਬਾਣੀ ਦਾ ਬਚਨ ਹੈ ਕਿ ਮਨੁਆ ਦਹਿ ਦਿਸ ਧਾਮਦਾ, ਉਹ ਕੈਸੇ ਹਰ ਗੁਣ ਗਾਵੇ। ਇੰਦਰੀ ਵਿਆਪ ਰਹੀ ਅਧਿਕਾਈ, ਕਾਮ ਕ੍ਰੋਧ ਨਿਤ ਸੰਤਾਵੇ। ਇਹ ਚੰਚਲ ਜਿਹਾ ਮਨ ਚਾਰ ਚੁਫੇਰੇ ਦਸਾਂ ਦਿਸ਼ਾਵਾਂ ਦੇ ਵਿੱਚ ਭਟਕਦਾ ਹੈ। ਤੇ ਗਰੀਬ ਨਵਾਜ ਕਹਿੰਦੇ ਜਦੋਂ ਤੱਕ ਪੰਜਾਂ ਵਿਕਾਰਾਂ ਈਰਖਾ, ਨਿੰਦਿਆ, ਚੁਗਲੀ, ਦਵੈਸ਼ ਸਾੜੇ ਦੇ ਅਧੀਨ ਹੈ, ਤਦੋਂ ਤੱਕ ਇਹ ਮਨ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨਹੀਂ ਗਾ ਸਕਦਾ। ਇੱਥੇ ਹਜੂਰ ਬਖਸ਼ਿਸ਼ ਕਰਦੇ ਨੇ, ਇਹੋ ਮਨੋ ਮੂਰਖ ਲੋਭੀਆ। ਮੂਰਖ ਅਤੇ ਲਾਲਚੀ ਹੋਣ ਕਰਕੇ ਸਾਹਿਬ ਨੇ ਮਨ ਨੂੰ ਮਨੋ ਕਿਹਾ ਹੈ। ਭਾਵ ਲੋਭੀ, ਲਾਲਚੀ ਤੇ ਐਵੇਂ ਚੰਚਲ ਜਿਹਾ। ਲੋਭੇ ਲੱਗਾ ਲੋਭਾਨ। ਇਹ ਲੋਭੀ ਮਨ ਹਮੇਸ਼ਾ ਲੋਭ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਭਾਵ ਲਾਲਚੀ ਨੂੰ ਹਰ ਵੇਲੇ ਇਹੀ ਫੁਰਨੇ ਫੁਰਦੇ ਨੇ ਕਿ ਮੈਂ ਆਪਣਾ ਲਾਲਚ ਕਿਧਰੋਂ ਪੂਰਾ ਕਰਨਾ ਹੈ। ਜਿੱਧਰੋਂ ਲਾਲਚ ਪੂਰਾ ਕਰਨਾ ਹੋਵੇ ਉਧਰ ਮੋਮੋ ਠਗਣੀਆਂ ਮਾਰਦਾ ਹੈ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ। ਤੇ ਜਿੱਧਰੋਂ ਮਤਲਬ ਪੂਰਾ ਹੋ ਜਾਵੇ ਉਧਰੋਂ ਆਪਣਾ ਮੂੰਹ ਵੱਟ ਲੈਂਦਾ ਹੈ। ਲਾਲਚ ਨੂੰ ਪੂਰਾ ਕਰਨ ਵਾਸਤੇ ਹਰ ਤਰ੍ਹਾਂ ਦਾ ਫਰੇਬ, ਕਪਟ, ਧੋਖਾ ਕਰਨ ਵਾਲਾ ਮਨ ਸਦਾ ਹੀ ਭਟਕਦਾ ਰਹਿੰਦਾ ਹੈ। ਤੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ, ਹੱਦ ਹੋ ਗਈ। ਮਨ ਸਦਾ ਹੀ ਲਾਲਚ ਵਿੱਚ ਫਿਰਿਆ ਰਹਿੰਦਾ ਹੈ। ਮਨ ਸਦਾ ਹੀ ਲਾਲਚ ਵਿੱਚ ਅਟਿਆ ਹੈ। ਕਦੇ ਵਾਸਤੇ ਵੀ ਇਸ ਮਨ ਨੂੰ ਕੋਈ ਟਿਕਾ ਨਹੀਂ ਮਿਲਦਾ। ਜਿਉਂ ਕੂਕਰ ਹਰਕਾਇਆ, ਧਾਵੈ ਦਹਿ ਦਿਸ ਜਾਏ। ਲੋਭੀ ਜੰਤ ਨਾ ਜਾਣਈ, ਭਖ ਅਭਖ ਸਭ ਖਾਏ। ਮਹਾਰਾਜ ਕਹਿੰਦੇ ਨੇ, ਜਿਵੇਂ ਲਾਲਚੀ ਕੁੱਤੇ ਵਰਗਾ ਹੈ। ਹਲਕਿਆ ਕੁੱਤਾ ਸਿਰਫ ਇੱਕ ਘਰ ਦਾ ਵਫਾਦਾਰ ਬਣ ਕੇ ਨਹੀਂ ਰਹਿੰਦਾ, ਬਲਕਿ ਹਰ ਘਰ ਦੇ ਅੱਗੇ ਉਹ ਆਪਣੀ ਪੂਛ ਮਾਰਦਾ ਹੈ। ਤੇ ਇੱਥੋਂ ਤੱਕ ਕਿ ਜਦੋਂ ਹਲਕਾ ਹੋ ਜਾਵੇ ਉਦੋਂ ਆਪਣੇ ਮਾਲਕ ਨੂੰ ਵੀ ਵੱਢਣ ਤੋਂ ਗੁਰੇਜ਼ ਨਹੀਂ ਕਰਦਾ। ਤਾਂ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਮਨ ਇਤਨਾ ਲਾਲਚ ਹੈ, ਇਹ ਕਿਸੇ ਨਾਲ ਵੀ ਧੋਖਾ ਕਰ ਸਕਦਾ ਹੈ। ਜਦੋਂ ਲਾਲਚ ਦੀ ਪੂਰਤੀ ਕਰਨੀ ਹੋਵੇ ਉਦੋਂ ਇਹ ਨਹੀਂ ਵੇਖਦਾ ਕਿ ਮੈਂ ਆਪਣੇ ਭਰਾ ਨਾਲ ਠੱਗੀ ਮਾਰ ਰਿਹਾ ਹਾਂ ਜਾਂ ਆਪਣੇ ਕਿਸੇ ਦੋਸਤ ਦੀ ਜੇਬ ਖਾਲੀ ਕਰ ਰਿਹਾ ਹਾਂ
ਜਦੋਂ ਲਾਲਚ ਇਹਦੇ ਤੇ ਸਵਾਰ ਹੋਵੇਗਾ, ਗਰੀਬ ਨਵਾਜ ਪਾਤਸ਼ਾਹ ਕਹਿੰਦੇ ਫਿਰ ਇਸ ਬੰਦੇ ਦੀ ਹਾਲਤ ਹਲਕੇ ਕੁੱਤੇ ਵਰਗੀ ਹੋਵੇਗੀ। ਲੋਭੇ ਲੱਗਾ ਲੋਭਾਨ, ਇਹ ਲੋਭੀ ਜੀਵ, ਲੋਭੀ ਮਨ ਸਦਾ ਹੀ ਲੋਭਾਨ ਭਾਵ ਲੋਭ ਵਿੱਚ ਲੱਗਾ ਰਹਿੰਦਾ ਹੈ। ਸ਼ਬਦ ਨਾ ਭੀਜੈ ਸਾਖਤਾ, ਦੁਰਮਤ ਆਵਨ ਜਾਨ। ਹੇ ਸਾਖਤਾ ਭਾਵ ਸ਼ਕਤੀ ਦੇ ਉਪਾਸ਼ਕ ਮਨਮੁਖ ਜੀਵ, ਤੇਰਾ ਇਹ ਮਨ ਕਦੇ ਵਾਸਤੇ ਵੀ ਸ਼ਬਦ ਵਿੱਚ ਭਿੱਜਦਾ ਨਹੀਂ। ਜਿਵੇਂ ਪੱਥਰ ਨੂੰ ਸਾਲਾਂ ਬੱਧੀ ਯੁੱਗਾਂ ਬੱਧੀ ਪਾਣੀ ਦੇ ਵਿੱਚ ਰੱਖ ਛੱਡੀਏ, ਪਰ ਫਿਰ ਵੀ ਪੱਥਰ ਦਾ ਅੰਦਰਲਾ ਹਿੱਸਾ ਕਦੇ ਭਿੱਜਦਾ ਨਹੀਂ, ਪੱਥਰ ਗਿੱਲਾ ਨਹੀਂ ਹੁੰਦਾ। ਤੇ ਇਸੇ ਤਰ੍ਹਾਂ ਮਨਮੁਖ ਦਾ ਹਿਰਦਾ ਹੈ, ਭਾਵੇਂ ਸਤ ਸੰਗਤ ਦੇ ਵਿੱਚ ਰੱਬ ਦੇ ਪਿਆਰਿਆਂ ਦੀ ਸੰਗਤ ਰੂਪੀ ਜਲ ਵਿੱਚ ਇਹਨੂੰ ਸਾਲਾਂ ਬੱਧੀ ਰੱਖ ਛੱਡੋ, ਫਿਰ ਵੀ ਮਨਮੁਖ ਦਾ ਪੱਥਰ ਵਰਗਾ ਮਨ ਕਦੇ ਭਿੱਜਦਾ ਨਹੀਂ। ਮਨਮੁਖ ਪੱਥਰ ਸੈਲ ਹੈ, ਧ੍ਰਿਗ ਜੀਵਨ ਫੀਕਾ, ਜਲ ਮਹਿ ਕੇਤਾ ਰਾਖੀਐ ਅਬ ਅੰਤਰ ਸੂਕਾ। ਮਹਾਰਾਜ ਕਹਿੰਦੇ ਮਨਮੁਖ ਦਾ ਹਿਰਦਾ ਵੀ ਪੱਥਰ ਵਰਗਾ ਹੈ, ਜਿਹੜਾ ਕਦੇ ਵੀ ਗਿੱਲਾ ਨਹੀਂ ਹੁੰਦਾ, ਭਾਵੇਂ ਸਾਲਾਂ ਬੱਧੀ ਪਾਣੀ ਵਿੱਚ ਰੱਖ ਛੱਡੋ। ਤੋ ਸਾਹਿਬ ਇੱਥੇ ਕਹਿੰਦੇ ਨੇ ਕਿ ਸ਼ਬਦ ਨਾ ਭੀਜੈ ਸਾਖਤਾ, ਹੇ ਸਾਖਤਾ ਭਾਵ ਹੇ ਮਨਮੁਖ ਸ਼ਕਤੀ ਦੇ ਉਪਾਸ਼ਕ, ਤੇਰਾ ਮਨ ਕਦੇ ਵੀ ਸ਼ਬਦ ਨਾਲ ਭਿੱਜਦਾ ਨਹੀਂ, ਜੁੜਦਾ ਨਹੀਂ, ਸ਼ਬਦ ਵਿੱਚ ਰੰਗਿਆ ਨਹੀਂ ਜਾਂਦਾ। ਦੁਰਮਤ ਖੋਟੀ ਮਤ ਦਾ ਧਾਰਨੀ ਹੈ ਤੇ ਆਮਨ ਜਾਨ, ਇਸ ਖੋਟੀ ਮਤ ਦੇ ਕਰਕੇ ਹੋਰ ਕੁਝ ਤਾਂ ਪ੍ਰਾਪਤ ਨਹੀਂ ਹੋਵੇਗਾ, ਪਰ ਇੱਕ ਗੱਲ ਪੱਕੀ ਹੈ ਕਿ ਆਉਣ ਜਾਣ ਤੋਂ ਖਲਾਸੀ ਨਹੀਂ ਹੋ ਸਕਦੀ। ਵਾਰ-ਵਾਰ ਜੰਮਣਾ, ਵਾਰ-ਵਾਰ ਮਰਨਾ, ਇਸ ਧਰਤੀ ਦੇ ਗੇੜੇ ਕੱਟਣੇ, ਇਹ ਕਦੇ ਵੀ ਛੁੱਟ ਨਹੀਂ ਸਕਦੇ ਜਦੋਂ ਤੱਕ ਤੂੰ ਸ਼ਕਤੀ ਦਾ ਉਪਾਸ਼ਕ ਹੈ ਤੇ ਜਦੋਂ ਤੱਕ ਮਨ ਲਾਲਚ ਵਿੱਚ ਵੇੜਿਆ ਹੈ। ਸਾਧੂ ਸਤਿਗੁਰ ਜੇ ਮਿਲੈ ਤਾ ਪਾਈਐ ਗੁਣੀ ਨਿਧਾਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਸ ਸਤਿਗੁਰੂ ਨੇ ਆਪਣੇ ਮਨ ਨੂੰ ਸਾਧਿਆ ਹੋਵੇ, ਕਿਉਂਕਿ ਸਾਧਨਾ ਕਰਕੇ ਮੰਜ਼ਲ ਤੇ ਪੁੱਜੇ ਹੋਏ ਦਾ ਨਾਮ ਸਾਧੂ ਹੈ, ਜਿਹੜਾ ਸਾਧਨਾ ਕਰ ਚੁੱਕਾ ਹੈ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿਸ ਨੇ ਆਪਣੇ ਮਨ ਨੂੰ ਸਾਧਿਆ ਹੈ, ਭਾਵ ਆਪਣੇ ਵਿਕਾਰਾਂ ਤੇ ਵਾਸ਼ਨਾਵਾਂ ਦੇ ਉੱਪਰ ਕਾਬੂ ਕੀਤਾ ਹੈ, ਜੇ ਕਿਤੇ ਚੰਗੀ ਕਿਸਮਤ ਨਾਲ ਐਸਾ ਸਤਿਗੁਰੂ ਮਿਲ ਜਾਵੇ, ਐਸਾ ਸਤਿਗੁਰ ਜੇ ਮਿਲੇ ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਜਿਹੜਾ ਮੁਕਤੀ ਦਾ ਬੂਹਾ ਬੜਾ ਭੀੜਾ ਹੈ, ਜਿਹਦੇ ਚੋਂ ਲੰਘਣਾ ਬੜਾ ਔਖਾ ਹੈ, ਜੇ ਐਸਾ ਸਾਧੂ ਸਤਿਗੁਰ ਮਿਲ ਜਾਵੇ, ਫਿਰ ਉਹ ਮੁਕਤੀ ਦਾ ਦਰਵਾਜ਼ਾ ਖੁੱਲਾ ਡੁੱਲਾ ਹੋ ਜਾਂਦਾ ਹੈ, ਬੰਦਾ ਆਰਾਮ ਨਾਲ ਉਹਦੇ ਵਿੱਚੋਂ ਲੰਘ ਸਕਦਾ। ਸਾਹਿਬ ਕਹਿੰਦੇ ਸਾਧੂ ਸਤਿਗੁਰ ਜੇ ਮਿਲੇ, ਜੇ ਕਿਤੇ, ਹੁਣ ਜਿੱਥੇ ਜੇ ਸ਼ਬਦ ਆਵੇ ਇਹਦਾ ਮਤਲਬ ਹੈ ਕਾਸ਼, ਕਾਸ਼ ਕਿਤੇ ਸਾਧੂ ਸਤਿਗੁਰ ਦੀ ਪ੍ਰਾਪਤੀ ਹੋ ਜਾਵੇ। ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਦੀ ਪ੍ਰਾਪਤੀ ਹੋ ਜਾਏ ਤੇ ਸਾਹਿਬ ਕਹਿੰਦੇ ਪਾਈਐ ਗੁਣੀ ਨਿਧਾਨ। ਗੁਣੀ ਨਿਧਾਨ ਗੁਣਾਂ ਦਾ ਖਜ਼ਾਨਾ, ਜਿਸ ਵਿੱਚ ਬੇਅੰਤ ਗੁਣ ਨੇ। ਦੇਖੋ ਜੇ ਬੰਦੇ ਦੇ ਗੁਣ ਗਿਣਨੇ ਹੋਣ ਤੇ ਵੱਧ ਤੋਂ ਵੱਧ 5-7 ਮਿੰਟਾਂ ਦੇ ਵਿੱਚ ਗਿਣੇ ਜਾ ਸਕਦੇ ਨੇ। ਵੈਸੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਉਹਦੇ ਭੋਗ ਦੇ ਉੱਪਰ ਕੋਈ ਸਿਆਣਾ ਸੂਝਵਾਨ ਜਾਂ ਰਿਸ਼ਤੇਦਾਰ ਸਾਕ ਸੱਜਣ ਕੁਝ ਮਿੰਟਾਂ ਵਾਸਤੇ ਮ੍ਰਿਤਕ ਪ੍ਰਾਣੀ ਦੀ ਸਿਫਤ ਕਰਦਾ ਹੈ। ਤੇ ਤੁਸੀਂ ਕਦੇ ਨੋਟ ਕਰਕੇ ਵੇਖਿਓ, ਜਦੋਂ ਮ੍ਰਿਤਕ ਪ੍ਰਾਣੀ ਦੀ ਸਿਫਤ ਕੀਤੀ ਜਾਂਦੀ ਹੈ ਤੇ 2-4 ਮਿੰਟਾਂ ਵਿੱਚ 5 ਮਿੰਟਾਂ ਵਿੱਚ ਉਹਦੀ ਸਿਫਤ ਪੂਰੀ ਹੋ ਜਾਂਦੀ ਹੈ, ਕਿਉਂਕਿ ਬੰਦੇ ਦੀਆਂ ਸਿਫਤਾਂ ਕੋਈ ਕਿੰਨੀਆਂ ਕੁ ਕਰ ਲਵੇਗਾ ਕਿ ਬੜਾ ਸੋਹਣਾ ਸੀ, ਬੜਾ ਸਿਆਣਾ ਸੀ,
ਡੀਲ ਡੌਲ ਚੰਗਾ ਸੀ, ਕਦੇ ਕਿਸੇ ਨਾਲ ਧੋਖਾ ਨਹੀਂ ਸੀ ਕਰਦਾ, ਕਦੇ ਕਿਸੇ ਨਾਲ ਠੱਗੀ ਨਹੀਂ ਮਾਰੀ, ਕਿਸੇ ਦਾ ਹੱਕ ਨਹੀਂ ਖਾਧਾ। ਬਸ 2 4 5 7 ਮਿੰਟਾਂ ਦੇ ਵਿੱਚ ਬੰਦੇ ਦੇ ਸਾਰੇ ਗੁਣ ਪੂਰੇ ਹੋ ਜਾਂਦੇ ਨੇ। ਪਰ ਮਹਾਰਾਜ ਕਹਿੰਦੇ ਰੱਬ ਦੇ ਗੁਣ ਇੰਨੇ ਬੇਅੰਤ ਨੇ ਕਿ ਜੇ ਲੱਖਾਂ ਜ਼ੁਬਾਨਾਂ ਨਾਲ ਵੀ ਉਹਦੇ ਗੁਣਾਂ ਦਾ ਕਥਨ ਕਰੀਏ ਤਾਂ ਵੀ ਬੰਦਾ ਸਫਲ ਨਹੀਂ ਹੋ ਸਕਦਾ। ਸਿਰਫ ਪਰਮੇਸ਼ਰ ਨੂੰ ਧੰਨ ਧੰਨ ਤੇ ਬੇਅੰਤ ਬੇਅੰਤ ਤਾਂ ਕਿਹਾ ਜਾ ਸਕਦਾ ਹੈ, ਪਰ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਨੇ, ਪਾਈਐ ਗੁਣੀ ਨਿਧਾਨ। ਜੇ ਗੁਰੂ ਦੀ ਕਿਰਪਾ ਹੋ ਜਾਵੇ, ਸਾਧੂ ਸਤਿਗੁਰ ਦੀ ਕਿਰਪਾ ਦ੍ਰਿਸ਼ਟੀ ਹੋਵੇ ਤੇ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਈਦਾ ਹੈ। ਮਨ ਰੇ ਹਉਮੈ ਛੋੜ ਗੁਮਾਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਬਦ ਦੀ ਸਥਾਈ ਪੰਕਤੀ ਦੇ ਵਿੱਚ, ਜਿਸ ਵਿੱਚ ਸ਼ਬਦ ਦਾ ਮੂਲ ਭਾਵ ਹੈ, ਮਹਾਰਾਜ ਬਖਸ਼ਿਸ਼ ਕਰਦੇ ਨੇ, ਮਨ ਰੇ ਹਉਮੈ ਛੋੜ ਗੁਮਾਨ। ਹੇ ਮੇਰੇ ਮਨ, ਹਉਮੈ ਹੰਕਾਰ ਗੁਮਾਨ ਕਹੀਏ ਤਕੱਬਰ ਖੁਦ ਹੀ ਆਪਣੇ ਅੰਦਰੋਂ ਛੱਡ। ਜਿਹੜੀ ਹਰ ਵੇਲੇ ਤੂੰ ਮੈਂ ਕਰਦਾ ਰਹਿਣਾ ਹੈ ਕਿ ਮੈਂ ਸਿਆਣਾ ਹਾਂ ਤੇ ਸਿਰਫ ਇਸ ਦੁਨੀਆ ਤੇ ਮੈਂ ਹੀ ਸਿਆਣਾ ਹਾਂ, ਮੇਰੇ ਤੋਂ ਬਗੈਰ ਸਾਰੀ ਕਮਲਿਆਂ ਦੀ ਭੀੜ ਤੁਰੀ ਫਿਰਦੀ ਹੈ, ਇਹ ਮਨ ਵਿੱਚੋਂ ਕੱਢ। ਜਦੋਂ ਤੱਕ ਤੂੰ ਖੁਦ ਨੂੰ ਸਿਆਣਾ ਸਮਝਦਾਰ ਮੰਨ ਕੇ ਪਰਮੇਸ਼ਰ ਦੇ ਨਾਮ ਨਾਲੋਂ ਵਿਛੜਿਆ ਰਹੇਗਾ, ਤਦੋਂ ਤੱਕ ਇਹ ਤੇਰਾ ਕੀਮਤੀ ਜੀਵਨ ਭੰਗ ਦੇ ਭਾੜੇ ਗਵਾਚਦਾ ਜਾਵੇਗਾ। ਇਸ ਕਰਕੇ ਸਾਹਿਬ ਨੇ ਗੁਰਬਾਣੀ ਅੰਦਰ ਬਹੁਤ ਵਾਰ ਹਦਾਇਤ ਕੀਤੀ ਹੈ ਕਿ ਬੰਦੇ ਦੇ ਕੰਮ ਤਾਂ ਬੜੇ ਪੁੱਠੇ ਸਿੱਧੇ ਨੇ, ਹੈ ਤਾਂ ਬੜਾ ਨਿਕੰਮਾ, ਹੈ ਤਾਂ ਬੜਾ ਕੋਝਾ, ਪਰ ਆਪਣੇ ਆਪ ਨੂੰ ਬੜਾ ਸਿਆਣਾ, ਸੂਝਵਾਨ ਤੇ ਸੁੰਦਰ ਸਮਝਦਾ ਹੈ। ਗੁਰਬਾਣੀ ਦਾ ਪਾਵਨ ਬਚਨ ਹੈ ਕਿ ਆਪਸ ਕਉ ਦੀਰਘ ਕਰ ਜਾਣੈ, ਔਰਨ ਕਉ ਲਗ ਮਾਤ, ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ। ਜਿਹੜੇ ਆਪਣੇ ਆਪ ਨੂੰ ਦੀਰਘ ਭਾਵ ਬਹੁਤ ਵੱਡਾ ਸਮਝਦੇ ਸੀ, ਮੈਂ ਬਹੁਤ ਵੱਡਾ ਗਿਆਤਾ ਹਾਂ, ਮੈਂ ਬਹੁਤ ਵੱਡਾ ਸ਼ਾਇਰ ਹਾਂ, ਮੈਂ ਬਹੁਤ ਜ਼ਿਆਦਾ ਸਿਆਣਾ ਹਾਂ, ਮੈਂ ਬਹੁਤ ਵੱਡਾ ਲੀਡਰ ਹਾਂ, ਇਸ ਤਰ੍ਹਾਂ ਦੇ ਵਹਿਮ ਜਿਨ੍ਹਾਂ ਨੇ ਪਾਲੇ ਸੀ, ਆਪਸ ਕਉ ਦੀਰਘ ਕਰ ਜਾਣੈ। ਅਥਵਾ ਦੀਰਘ ਦਾ ਅਰਥ ਹੈ ਦੀਰਘ ਮਾਤਰਾ। ਦੀਰਘ ਮਾਤਰਾ ਵਜਨਦਾਰ ਹੁੰਦੀ ਹੈ ਤੇ ਲਘੂ ਮਾਤਰਾ ਬਹੁਤ ਹਲਕੀ ਹੁੰਦੀ ਹੈ। ਤੇ ਸਾਹਿਬ ਕਹਿੰਦੇ ਜਿਹੜੇ ਆਪਣੇ ਆਪ ਨੂੰ ਦੀਰਘ ਮਾਤਰਾ ਭਾਵ ਬਹੁਤ ਜ਼ਿਆਦਾ ਵਜਨਦਾਰ ਸਮਝਦੇ ਸੀ ਤੇ ਔਰਨ ਕਉ ਲਗ ਮਾਤ, ਦੂਸਰਿਆਂ ਨੂੰ ਲਘੂ ਮਾਤਰਾ ਭਾਵ ਬੜੇ ਹਲਕੇ ਪੱਧਰ ਦੇ ਛੋਟੇ ਨੀਵੇਂ ਸਮਝਦੇ ਸਨ। ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ। ਭਾਵੇਂ ਉਹਨਾਂ ਮਨ ਬਾਣੀ ਸਰੀਰ ਕਰਕੇ ਬੜੇ ਧਰਮ ਕਰਮ ਕੀਤੇ, ਭਾਵੇਂ ਉਹਨਾਂ ਬਹੁਤ ਤੀਰਥਾਂ ਦਾ ਇਸ਼ਨਾਨ ਕੀਤਾ, ਭਾਵੇਂ ਉਹਨਾਂ ਨੇ ਯੱਗ ਪੁੰਨ ਦਾਨ ਸ਼ੁਭ ਕਰਮਾਂ ਦੀ ਝੜੀ ਲਾ ਛੱਡੀ, ਪਰ ਮਹਾਰਾਜ ਕਹਿੰਦੇ ਫਿਰ ਵੀ ਉਹਨਾਂ ਲੋਕਾਂ ਨੂੰ ਮੈਂ ਨਰਕਾਂ ਦੇ ਵਿੱਚ ਗੋਤੇ ਖਾਂਦਿਆਂ ਦੇਖਿਆ ਹੈ। ਮੈਂ ਦੇਖੇ ਦੋਜਕ ਜਾਤ। ਕਾਮੀ, ਕ੍ਰੋਧੀ, ਚਾਤੁਰੀ, ਬਾਜੀਗਰ ਬੇਕਾਮ, ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਰਾਮ। ਸਿਰੇ ਦੇ ਕਾਮੀ, ਵਾਸ਼ਨਾਵਾਂ ਵਿੱਚ ਜਿਨ੍ਹਾਂ ਦਾ ਮਨ ਵੇੜਿਆ ਹੈ, ਤੇ ਕ੍ਰੋਧੀ, ਗੁਸੈਲ, ਨਿੱਕੀ ਨਿੱਕੀ ਗੱਲ ਤੇ ਉਬਲਣ ਵਾਲੇ, ਨਿੱਕੀ ਨਿੱਕੀ ਗੱਲ ਤੇ ਪੁੱਠੇ ਕੁਹਾੜੇ ਵਾਂਗ ਵੱਜਣ ਵਾਲੇ, ਛੋਟੀ ਛੋਟੀ ਗੱਲ ਤੇ ਆਪਣੇ ਕੱਪੜਿਆਂ ਤੋਂ ਬਾਹਰ ਹੋ ਜਾਣ ਵਾਲੇ ਲੋਕ ਮੈਂ ਵੇਖੇ ਨੇ। ਤੇ ਚਾਤੁਰੀ, ਬੜੇ ਚਾਤਰ, ਆਪਣੇ ਆਪ ਵਿੱਚ ਬੜੇ ਚਲਾਕ, ਬੜੇ ਨੀਤੀਵਾਨ ਵੀ ਵੇਖੇ ਨੇ। ਬਾਜੀਗਰ ਬੇਕਾਮ, ਬਾਜੀਗਰ ਦਾ ਅਰਥ ਹੈ ਜਾਦੂਗਰ, ਤੇ ਇੱਥੇ ਬਾਜੀਗਰ ਤੋਂ ਭਾਵ ਹੈ ਕਿ ਆਪਣੇ ਆਪ ਨੂੰ ਬੜਾ ਚਲਾਕ ਤੇ ਹਰ ਕੰਮ ਵਿੱਚ ਤਤਪਰ ਸਮਝਣ ਵਾਲਾ ਆਦਮੀ। ਬੇਕਾਮ, ਭਗਤ ਕਬੀਰ ਸਾਹਿਬ ਕਹਿੰਦੇ ਇਹ ਸਾਰੇ ਹੀ ਨਿਕੰਮੇ ਨੇ, ਇਹਨਾਂ ਵਿੱਚੋਂ ਕੋਈ ਵੀ ਕੰਮ ਦਾ ਬੰਦਾ ਨਹੀਂ।
ਜਿਹੜਾ ਵਿਕਾਰੀ ਹੈ, ਚਲਾਕ ਹੈ, ਕ੍ਰੋਧੀ ਹੈ, ਇਹ ਸਾਰੇ ਸਿਰੇ ਦੇ ਨਿਕੰਮੇ ਬੰਦੇ ਨੇ, ਕਿਸੇ ਕੰਮ ਨਹੀਂ ਆਉਂਦੇ। ਤੇ ਨਿੰਦਾ ਕਰਤੇ ਜਨਮ ਸਿਰਾਨੂੰ, ਆਪਣੇ ਪੱਲੇ ਤਾਂ ਭਾਵੇਂ ਕੱਖ ਨਹੀਂ, ਪਰ ਸਾਰੀ ਉਮਰ ਦੂਜਿਆਂ ਦੇ ਨੁਕਸ ਕੱਢਣ ਦੇ ਵਿੱਚ ਹੀ ਲੰਘ ਜਾਂਦੀ ਹੈ, ਦੂਸਰਿਆਂ ਦੇ ਵਿੱਚ ਗਲਤੀਆਂ ਹੀ ਲੱਭਦਾ ਰਹਿੰਦਾ ਹੈ। ਨਿੰਦਾ ਕਰਤੇ ਜਨਮ ਸਿਰਾਨੂੰ, ਸਾਰਾ ਜਨਮ ਹੀ ਬੀਤ ਗਿਆ ਨਿੰਦਿਆ ਕਰਦਿਆਂ ਕਰਦਿਆਂ, ਕਬਹੂ ਨਾ ਸਿਮਰਿਓ ਰਾਮ। ਕਦੇ ਵੀ ਆਪਣੇ ਜੀਵਨ ਵਿੱਚ ਪਰਮੇਸ਼ਰ ਦਾ ਭਜਨ ਨਹੀਂ ਕੀਤਾ। ਤੇ ਕਬੀਰ ਸਾਹਿਬ ਕਹਿੰਦੇ, ਕਹਿ ਕਬੀਰ ਚੇਤੈ ਨਹੀਂ, ਮੂਰਖ ਮੁਗਧ ਗਵਾਰ। ਰਾਮ ਨਾਮ ਜਾਣਿਓ ਨਹੀਂ, ਕੈਸੇ ਉਤਰਸ ਪਾਰ। ਜਿਸ ਨੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਾਣਿਆ ਭਾਈ, ਉਹ ਇਸ ਸੰਸਾਰ ਦੇ ਵਿੱਚੋਂ ਕਿਵੇਂ ਪਾਰ ਉਤਰ ਸਕੇਗਾ। ਤੋ ਗੁਰੂ ਸਾਹਿਬ ਅੱਜ ਦੇ ਸ਼ਬਦ ਦੀ ਰਹਾਉ ਵਾਲੀ ਤੁਕ ਵਿੱਚ ਬਖਸ਼ਿਸ਼ ਕਰਦੇ, ਮਨ ਰੇ ਹਉਮੈ ਛੋੜ ਗੁਮਾਨ। ਜਿਹੜੀ ਹਰ ਵੇਲੇ ਤੂੰ ਮੈਂ ਕਰਦਾ ਹੈ ਕਿ ਮੈਂ ਸਿਆਣਾ ਹਾਂ ਤੇ ਸਿਰਫ ਮੈਂ ਹੀ ਸਿਆਣਾ ਹਾਂ, ਇਸ ਹਉਮੈ ਨੂੰ ਆਪਣੇ ਅੰਦਰੋਂ ਕੱਢ। ਜਦੋਂ ਤੱਕ ਇਸ ਹਉਮੈ ਤੋਂ ਤੇਰਾ ਛੁਟਕਾਰਾ ਨਹੀਂ ਹੋਵੇਗਾ, ਉਦੋਂ ਤੱਕ ਤੇਰਾ ਇਹ ਜੀਵਨ ਸਫਲ ਨਹੀਂ ਹੋ ਸਕਦਾ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਦੀਨ ਦਿਆਲ ਸਤਿਗੁਰੂ, ਜਿਨ੍ਹਾਂ ਦੀ ਚੌੜੀ ਛਾਤੀ, ਲੰਮੀਆਂ ਤੇ ਭਰਵੀਆਂ ਬਾਹਾਂ, ਡਲਕੂ ਡਲਕੂ ਕਰਦਾ ਮਸਤਕ ਤੇ ਮੋਟੇ ਨੈਣਾ ਵਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਨੇ ਹੰਕਾਰ ਕਰ ਲਿਆ ਤੇ ਗੁਰਸਿੱਖਾਂ ਦੀ ਸੰਗਤ ਵਿੱਚ ਬੈਠਿਆਂ ਹੰਕਾਰ ਵਸ ਹੋਏ ਨੇ। ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਨੂੰ ਸੌਂਪ ਦਿੱਤਾ ਹੈ, ਕਿਉਂਕਿ ਗੁਰੂ ਦੀ ਆਗਿਆ ਹੈ ਕਿ ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਗੁਰਸਿੱਖਾ, ਇਸ ਪੰਜ ਭੌਤਿਕ ਸਰੀਰ ਦੇ ਉੱਪਰ ਮਾਣ ਨਾ ਕਰੀ, ਇਸ ਨੂੰ ਆਪਣਾ ਨਾ ਸਮਝੀ, ਗੁਰੂ ਦੇ ਚਰਨਾਂ ਤੇ ਭੇਟਾ ਕਰ ਦੇ। ਤੇ ਮਨ ਤੋਂ ਭਾਵ ਹੈ ਸਿਆਣਪ, ਸੂਝ, ਚਾਤੁਰੀ, ਅਕਲ, ਇਸ ਨੂੰ ਵੀ ਗੁਰੂ ਤੋਂ ਨਿਸ਼ਾਵਰ ਕਰ। ਤੇ ਫਿਰ ਹੱਡ ਭੰਨਵੀਂ ਦਸਾਂ ਨੌਆਂ ਦੀ ਕਿਰਤ ਕਮਾਈ ਕਰਕੇ ਜਿਹੜਾ ਧਨ ਇਕੱਤਰ ਕੀਤਾ ਹੈ, ਇਹ ਵੀ ਗੁਰੂ ਦੇ ਚਰਨਾਂ ਤੇ ਭੇਟਾ ਕਰ ਦੇ। ਗੁਰੂ ਦੀ ਆਗਿਆ ਹੈ, ਗੁਰੂ ਦਾ ਹੁਕਮ ਹੈ। ਸਿੱਖ ਨੇ ਹੰਕਾਰਵਸ ਹੋ ਕੇ ਬੜੇ ਦਾਅਵੇ ਨਾਲ ਕਹਿ ਦਿੱਤਾ ਕਿ ਮੈਂ ਆਪਣਾ ਸਭ ਕੁਝ ਗੁਰੂ ਚਰਨਾਂ ਤੇ ਭੇਟਾ ਕਰ ਦਿੱਤਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੰਨੀ ਆਵਾਜ਼ ਪਈ ਤੇ ਮਹਾਰਾਜ ਨੇ ਸਿੱਖ ਦੇ ਹੰਕਾਰ ਨੂੰ ਤੋੜਨ ਵਾਸਤੇ ਇੱਕ ਕੌਤਕ ਰਚਾਇਆ। ਕਿਉਂਕਿ ਜਦੋਂ ਗੁਰੂ ਨੂੰ ਸ਼ੱਕ ਪੈਂਦਾ ਹੈ ਕਿ ਮੇਰਾ ਸਿੱਖ ਡੋਲਣ ਲੱਗਾ, ਤੇ ਉਸ ਡਾਵਾਂ ਡੋਲ ਜੈ ਹੋਏ ਸਿੱਖ ਨੂੰ ਗੁਰੂ ਸਾਹਿਬ ਆਪ ਆ ਕੇ ਸੰਭਾਲਦੇ ਨੇ ਕਿ ਮਤਾ ਕਿਤੇ ਇਹਦਾ ਮਨ ਹੰਕਾਰ ਵਸ ਹੋ ਕੇ ਪਰਮੇਸ਼ਰ ਨਾਲੋਂ ਟੁੱਟ ਜਾਵੇ। ਸਿੱਖ ਦਾ ਹੰਕਾਰ ਦੂਰ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੇ ਕੋਲ ਸੱਦ ਕੇ ਆਖਿਆ ਕਿ ਤੇਰੇ ਕੋਲ ਇੱਕ ਸ਼ਿਕਰਾ ਹੈ, ਬਾਜ, ਉਹ ਸਾਨੂੰ ਚਾਹੀਦਾ ਹੈ। ਕਿਉਂਕਿ ਛੇਵੇਂ ਪਾਤਸ਼ਾਹ ਆਪਣੇ ਕੋਲ ਹਰ ਵੇਲੇ ਬਾਜ ਰੱਖਦੇ ਸੀ, ਘੋੜ ਸਵਾਰੀ ਕਰਦੇ ਸੀ, ਸ਼ਸਤਰਾਂ ਬਸਤਰਾਂ ਕਰਕੇ ਹਰ ਵੇਲੇ ਸਨੱਧ ਬੱਧ ਰਹਿੰਦੇ ਸੀ। ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਤੇਰੇ ਕੋਲ ਜਿਹੜਾ ਸ਼ਿਕਰਾ ਹੈ ਉਹ ਸਾਨੂੰ ਚਾਹੀਦਾ ਹੈ, ਇਸ ਕਰਕੇ ਉਹ ਸ਼ਿਕਰਾ ਬਾਜ ਤੂੰ ਸਾਨੂੰ ਦੇ ਦੇ। ਤੇ ਸਿੱਖ ਨੂੰ ਉਸ ਸ਼ਿਕਰੇ ਦੇ ਨਾਲ ਬੜਾ ਮੋਹ ਸੀ। ਵੈਸੇ ਬੰਦੇ ਦਾ ਸੁਭਾਅ ਹੈ, ਜਿੱਥੇ ਆਪਣੇ ਪਰਿਵਾਰ, ਧਨ ਦੌਲਤ ਤੇ ਆਪਦੇ ਸਰੀਰ ਨਾਲ ਮੋਹ ਕਰਦਾ ਹੈ, ਕਈ ਵਾਰੀ ਆਪਣੇ ਪਾਲਤੂ ਜਾਨਵਰਾਂ ਦੇ ਨਾਲ ਵੀ ਬੜਾ ਮੋਹ ਕਰਦਾ ਹੈ।
ਕਿਸੇ ਨੇ ਪੰਛੀ ਰੱਖੇ ਹੁੰਦੇ ਨੇ, ਉਹਨਾਂ ਨਾਲ ਬੜਾ ਮੋਹ ਹੁੰਦਾ ਹੈ। ਕਿਸੇ ਨੇ ਮਾਲ ਡੰਗਰ ਰੱਖਿਆ ਹੁੰਦਾ, ਮਾਲ ਡੰਗਰ ਨਾਲ ਬੜਾ ਮੋਹ ਹੁੰਦਾ ਹੈ। ਤੇ ਇਸੇ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਤਾਂ ਬਾਜ ਰੱਖਣ ਦੇ ਸ਼ੌਂਕੀ ਬਾਜਾਂ ਨਾਲ ਜਾਂ ਆਪਣੇ ਘੋੜਿਆਂ ਦੇ ਨਾਲ, ਈਵਨ ਕਿ ਅੱਜ ਤੱਕ ਤਾਂ ਲੋਕੀ ਕੁੱਤਿਆਂ ਦੇ ਨਾਲ ਵੀ ਬੜਾ ਮੋਹ ਕਰਦੇ ਨੇ। ਬੰਦੇ ਦਾ ਸੁਭਾਅ ਹੈ, ਕਿਉਂਕਿ ਮੋਹ ਹਰ ਪ੍ਰਾਣੀ ਮਾਤਰ ਦੇ ਅੰਦਰ ਹੈ, ਤਾਂ ਕਰਕੇ ਮੋਹ ਤੋਂ ਕੋਈ ਵੀ ਹਿਰਦਾ ਖਾਲੀ ਨਹੀਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਣਦੇ ਸੀ ਕਿ ਸਿੱਖ ਦੇ ਮਨ ਵਿੱਚ ਸ਼ਿਕਰੇ ਦਾ ਬੜਾ ਮੋਹ ਹੈ। ਜਦੋਂ ਗੁਰੂ ਸਾਹਿਬ ਨੇ ਮੰਗਿਆ ਕਿ ਸਾਨੂੰ ਸ਼ਿਕਰਾ ਦੇ ਦੇ, ਤੇ ਸਿੱਖ ਦਾ ਮਨ ਡੋਲ ਗਿਆ, ਨਾ ਨੁੱਕਰ ਕਰਨ ਲੱਗਾ, ਆਨਾਕਾਨੀ ਕਰਨ ਲੱਗਾ ਕਿ ਸਤਿਗੁਰੂ ਜੀ ਮੈਂ ਇਹ ਸ਼ਿਕਰਾ ਨਹੀਂ ਦੇ ਸਕਦਾ। ਤੇ ਅਸਲ ਵਿੱਚ ਗੁਰੂ ਸਾਹਿਬ ਨੂੰ ਸ਼ਿਕਰੇ ਦੀ ਲੋੜ ਵੀ ਨਹੀਂ ਸੀ। ਮਹਾਰਾਜ ਸਿਰਫ ਉਹਦਾ ਸਿਦਕ ਪਰਖਣਾ ਚਾਹੁੰਦੇ ਸੀ, ਕਿਉਂਕਿ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਹਾਥੀ, ਘੋੜੇ ਤੇ ਬਾਜ ਚੜਾਵੇ ਵਜੋਂ ਚੜ੍ਹਦੇ ਸੀ। ਤੇ ਗੁਰੂ ਸਾਹਿਬ ਇੰਨੇ ਦਿਆਲੂ ਸੁਭਾਅ ਦੇ ਸੀ, ਜਦੋਂ ਕੋਈ ਮਹਿੰਗੀ ਪੁਸ਼ਾਕ ਜਾਂ ਮਹਿੰਗਾ ਬਾਜ, ਮਹਿੰਗਾ ਘੋੜਾ ਸੰਗਤ ਵਿੱਚ ਭੇਟਾ ਕੀਤਾ ਜਾਣਾ, ਤੇ ਗੁਰੂ ਸਾਹਿਬ ਨਾਲ ਦੀ ਨਾਲ ਉਹਨੂੰ ਸੂਰਮਿਆਂ ਦੇ ਵਿੱਚ ਵੰਡ ਦਿੰਦੇ ਸੀ, ਆਪਣੇ ਕੋਲ ਨਹੀਂ ਸਨ ਰੱਖਦੇ। ਤੇ ਜਿਸ ਗੁਰੂ ਦਾ ਸੁਭਾਅ ਵੰਡਣ ਦਾ ਹੋਵੇ, ਜਿਹੜਾ ਗੁਰੂ ਦੀਨ ਦਿਆਲ ਹੋਵੇ, ਹਰ ਸਿੱਖ ਦੀ ਲੋੜ ਪੂਰੀ ਕਰਨ ਵਾਲਾ ਹੋਵੇ, ਉਸ ਗੁਰੂ ਨੂੰ ਭਲਾ ਸਿੱਖ ਤੋਂ ਕੀ ਲੋੜ ਪੈ ਸਕਦੀ ਹੈ। ਗੁਰੂ ਕੋਲ ਤਾਂ ਸੈਂਕੜਿਆਂ ਦੀ ਤਾਦਾਦ ਵਿੱਚ ਬਾਜ ਚੜਾਵੇ ਵਜੋਂ ਚੜ੍ਹਦੇ ਸੀ, ਪਰ ਸਿੱਖ ਦੇ ਮਨ ਦਾ ਸਿਰਫ ਹੰਕਾਰ ਦੂਰ ਕਰਨ ਵਾਸਤੇ ਗੁਰੂ ਸਾਹਿਬ ਨੇ ਇਕੌਤਕ ਰਚਾਇਆ ਤੇ ਸਿੱਖ ਤੋਂ ਸ਼ਿਕਰਾ ਮੰਗ ਲਿਆ। ਪਰ ਜਦੋਂ ਉਹਦਾ ਮਨ ਡੋਲਿਆ ਹੋਇਆ ਵੇਖਿਆ ਤੇ ਉਹਨੂੰ ਖੁਦ ਨੂੰ ਅਹਿਸਾਸ ਹੋਇਆ ਕਿ ਮਨਾ ਤੂੰ ਹੰਕਾਰ ਕਰ ਬੈਠਾ ਸੀ, ਅਸਲ ਵਿੱਚ ਗੁਰੂ ਸਾਹਿਬ ਤੇਰੀ ਪ੍ਰੀਖਿਆ ਲੈ ਰਹੇ ਨੇ। ਇਹ ਸੋਚ ਕੇ ਸਿੱਖ ਨੇ ਉਹ ਬਾਜ ਭੇਟਾ ਕੀਤਾ, ਪਰ ਮਹਾਰਾਜ ਮੁਸਕਰਾ ਪਏ। ਸਤਿਗੁਰੂ ਪਾਤਸ਼ਾਹ ਜੀ ਨੇ ਉਹ ਸ਼ਿਕਰਾ ਤੇ ਫਿਰ ਵਾਪਸ ਕਰ ਦਿੱਤਾ, ਪਰ ਨਾਲ ਹੀ ਸਿੱਖ ਸੰਗਤ ਨੂੰ ਉਪਦੇਸ਼ ਕੀਤਾ ਕਿ ਭਾਈ ਕਦੇ ਵੀ ਮਨ ਵਿੱਚ ਹੰਕਾਰ ਨਹੀਂ ਕਰਨਾ ਕਿ ਮੈਂ ਬਹੁਤ ਵੱਡਾ ਸਿੱਖ ਹਾਂ, ਮੇਰੇ ਵਰਗਾ ਕੋਈ ਹੋਰ ਨਹੀਂ, ਮੇਰੀ ਗੁਰੂ ਦੇ ਉੱਪਰ ਸਭ ਤੋਂ ਵੱਧ ਸ਼ਰਧਾ ਹੈ, ਮੈਂ ਸਭ ਤੋਂ ਵੱਧ ਬਾਣੀ ਪੜ੍ਹਦਾ ਹਾਂ, ਮੈਂ ਸਭ ਤੋਂ ਵੱਧ ਗੁਰ ਮਰਿਆਦਾ ਰੱਖਦਾ ਹਾਂ। ਜਿਵੇਂ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਨੂੰ ਆਖਿਆ ਕਿ ਗੁਰਸਿੱਖੋ, ਬਾਣੀ ਪੜ੍ਹਨ ਦੇ ਨਾਲ ਮਨ ਪਵਿੱਤਰ ਹੁੰਦਾ ਹੈ, ਬਾਣੀ ਪੜ੍ਹਨ ਦੇ ਨਾਲ ਸਾਡੀ ਰਸਨਾ ਪਵਿੱਤਰ ਹੁੰਦੀ ਹੈ। ਦੱਸੋ ਕਿੰਨੀ ਕਿੰਨੀ ਬਾਣੀ ਰੋਜ਼ ਪੜ੍ਹਦੇ ਹੋ? ਕਿਸੇ ਨੇ ਆਖਿਆ 10 ਪਾਠ, ਕਿਸੇ ਨੇ ਆਖਿਆ 20 ਪਾਠ ਜਪਜੀ ਸਾਹਿਬ ਦੇ ਕਰਦਾ ਹਾਂ। ਹਰ ਇੱਕ ਨੇ ਵੱਧ ਤੋਂ ਵੱਧ ਦੱਸੇ। ਤੇ ਜਦੋਂ ਛੇਵੇਂ ਪਾਤਸ਼ਾਹ ਨੇ ਆਖਿਆ ਕਿ ਚਲੋ ਕੋਈ ਇੱਕ ਸਿੱਖ ਫਿਰ ਬਾਣੀ ਦਾ ਪਾਠ ਸੁਣਾਓ, ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਓ, ਤੇ ਮਨ ਟਿਕਾ ਕੇ ਸ਼ਾਂਤੀ ਨਾਲ, ਇਕਾਗਰਤਾ ਨਾਲ ਬਾਣੀ ਪੜ੍ਹਿਓ, ਤੇ ਫਿਰ ਕੋਈ ਵੀ ਸਿੱਖ ਉੱਠ ਕੇ ਖੜਾ ਨਹੀਂ ਹੋਇਆ ਸਿਵਾਏ ਭਾਈ ਗੋਪਾਲੇ ਤੋਂ ਕਹਿਣ ਤੋਂ ਭਾਵ ਕਿ ਮਨ ਰੇ ਹਉਮੈ ਛੋੜ ਗੁਮਾਨ, ਹੇ ਮੇਰੇ ਮਨ ਹਉਮੈ, ਹੰਕਾਰ, ਤਕੱਬਰ ਤੇ ਖੁਦੀ ਨੂੰ ਤਿਆਗ ਦੇ, ਕਿਉਂਕਿ ਖੁਦੀ ਮਿਟੀ ਤਬ ਸੁਖ ਭਏ, ਮਨ ਤਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ। ਜਦੋਂ ਖੁਦੀ ਭਾਵ ਹਉਮੈ ਮਿਟਦੀ ਹੈ ਤਾਂ ਹੀ ਇਹ ਤਨ ਮਨ ਸੁਖੀ ਹੁੰਦਾ ਹੈ, ਨਹੀਂ ਤਾਂ ਹਰ ਵੇਲੇ ਹੰਕਾਰ ਹਉਮੈ ਦੇ ਵਿੱਚ ਇਹ ਮਨ ਸਦਾ ਵਾਸਤੇ ਹੀ ਵਿਆਕਲ ਤੇ ਵਿਲਕਦਾ ਰਹਿੰਦਾ ਹੈ। ਖੁਦੀ ਮਿਟੀ ਤਬ ਸੁਖ ਭਏ, ਮਨ ਤਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ। ਇਸ ਦ੍ਰਿਸ਼ਟੀ ਗੋਚਰਾ ਪਰਮੇਸ਼ਰ, ਜਿਹੜਾ ਉਂਝ ਤਾਂ ਵਿਸ਼ੇ ਵਿਕਾਰਾਂ ਤੋਂ, ਵਾਹਿਗੁਰੂ ਸਾਡੇ ਇੰਦਰੀਆਂ ਤੋਂ ਅਗੋਚਰ ਹੈ, ਪਰ ਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਉਸ ਪਰਮੇਸ਼ਰ ਦਾ ਦਰਸ਼ਨ ਹੋ ਜਾਂਦਾ ਹੈ। ਉਸਤਤ ਕਰਨੈ ਜੋਗ, ਜਿਹੜਾ ਸਲਾਹੁਣ ਯੋਗ ਹੈ, ਸਿਫਤ ਕਰਨ ਯੋਗ ਹੈ, ਜਿਸ ਦੀ ਸਿਫਤ ਕਰਨੀ ਬਣਦੀ ਹੈ।
ਦੁਨਿਆਵੀ ਚੌਧਰੀਆਂ, ਨੰਬਰਦਾਰਾਂ ਅਤੇ ਜਗੀਰਦਾਰਾਂ ਦੀ ਸਿਫਤ ਕਰਨੀ ਨਹੀਂ ਬਣਦੀ, ਕਿਉਂਕਿ ਇਹ ਸਿਫਤਾਂ ਤੇ ਝੂਠੀਆਂ ਨੇ। ਮੂੰਹ ਤੇ ਸਿਫਤ ਹੁੰਦੀ ਹੈ, ਪਿੱਠ ਪਿੱਛੇ ਉਹੀ ਬੰਦਾ ਨਿੰਦਿਆ ਕਰਦਾ ਹੈ। ਤੇ ਜਿਹੜੀ ਝੂਠੀ ਸਿਫਤ ਹੈ, ਮਹਾਰਾਜ ਕਹਿੰਦੇ ਇਹ ਸਿਫਤ ਕਰਨ ਯੋਗ ਨਹੀਂ। ਪਰਮੇਸ਼ਰ ਦੀ ਸੱਚੀ ਸਿਫਤ ਪਰਮੇਸ਼ਰ ਹੀ ਸਲਾਉਣ ਯੋਗ ਹੈ। ਤੇ ਇਸ ਕਰਕੇ ਉਹਦੀ ਸਿਫਤ ਸਲਾਹ ਦਾ ਰਸਤਾ ਪਕੜ, ਹਉਮੈ ਹੰਕਾਰ ਦਾ ਮਾਰਗ ਛੱਡ ਦੇ, ਹਉਮੈ ਛੋੜ ਗੁਮਾਨ, ਆਪਣੇ ਅੰਦਰੋਂ ਖੁਦੀ ਤੇ ਤਕੱਬਰ ਨੂੰ ਤਿਆਗ ਦੇ। ਹਰ ਗੁਰ ਸਰਵਰ ਸੇਵਤੂ ਪਾਵਹਿ ਦਰਗਹਿ ਮਾਨ। ਹਰੀ ਪਰਮਾਤਮਾ ਜਿਸ ਦੀ ਪ੍ਰਾਪਤੀ ਗੁਰੂ ਰੂਪੀ ਸਰੋਵਰ, ਗੁਰੂ ਰੂਪੀ ਮਾਨ ਸਰੋਵਰ ਦੇ ਉੱਪਰ ਗਿਆ ਹੀ ਹੁੰਦੀ ਹੈ। ਗੁਰ ਸਰਵਰ ਮਾਨ ਸਰੋਵਰ ਹੈ, ਵਡਭਾਗੀ ਪੁਰਖ ਲਹਾਨ। ਮਹਾਰਾਜ ਕਹਿੰਦੇ ਗੁਰੂ ਮਾਨ ਸਰੋਵਰ ਹੈ, ਤੇ ਜਿਹੜੇ ਸਿੱਖ ਹੰਸ ਬਿਰਤੀ ਵਾਲੇ ਮਾਨ ਸਰੋਵਰ ਤੇ ਆਉਂਦੇ ਨੇ, ਉਹ ਸੁੱਚੇ ਮੋਤੀ ਚੁਗ ਲੈਂਦੇ ਨੇ। ਫਿਰ ਜਿਹੜੇ ਇੱਥੇ ਬਗਲਿਆਂ ਵਾਂਗ ਆਉਂਦੇ ਨੇ, ਉਹਨਾਂ ਦੀ ਖੁਰਾਕ ਇੱਥੋਂ ਨਹੀਂ ਮਿਲਦੀ। ਸੇ ਹੰਸੁਲੇ ਨਾਮ ਲਹਾਨ, ਜਿਨ੍ਹਾਂ ਦੀ ਹੰਸ ਬਿਰਤੀ ਹੈ, ਉਹੀ ਨਾਮ ਰੂਪੀ ਸੁੱਚੇ ਮੋਤੀ ਚੁਗ ਸਕਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ, ਗੁਰ ਸਰਵਰ, ਹਰ ਗੁਰ ਸਰਵਰ। ਹਰੀ ਦਾ ਸਰੂਪ ਜੋ ਸਤਿਗੁਰੂ ਜੀ ਹਨ, ਉਹ ਸਰਵਰ ਭਾਵ ਮਾਨ ਸਰੋਵਰ ਦੀ ਨਿਆਈ ਨੇ। ਸੇਵ ਤੂੰ ਹੇ ਜੀਵ, ਹੇ ਗੁਰਸਿੱਖ, ਉਸ ਸੱਚੇ ਸਤਿਗੁਰੂ ਦੀ ਸੇਵਾ ਕਰ, ਅਥਵਾ ਸੱਚੇ ਸਤਿਗੁਰਾਂ ਦਾ ਸੇਵਨ ਸਿਮਰਨ ਭਜਨ ਕਰਨਾ ਕਰ, ਪਾਵਹਿ ਦਰਗਹਿ ਮਾਨ। ਸਿਮਰਨ ਭਜਨ ਦੁਆਰਾ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤੈਨੂੰ ਮਾਣ ਪ੍ਰਾਪਤ ਹੋਵੇਗਾ। ਕਿਉਂਕਿ ਸਾਹਿਬ ਦੀ ਬਾਣੀ ਦਾ ਪਾਵਨ ਬਚਨ ਹੈ ਕਿ ਨਾਨਕ ਧਰਮ ਐਸੇ ਚਬ ਹੈ ਕੀਤੋ ਭਵਨ ਪੁਨੀਤ। ਧਰਮ ਰਾਜਾ ਪਰਮੇਸ਼ਰ ਦੇ ਪਿਆਰਿਆਂ ਦਾ ਸਤਿਕਾਰ ਕਰਨ ਵਾਸਤੇ ਅਗਲ ਵੰਡੀ ਹੋ ਕੇ ਮਿਲਦਾ ਹੈ। ਤੇ ਸਤਿਕਾਰ ਵਜੋਂ ਇਥੋਂ ਤੱਕ ਸ਼ਬਦ ਕਹਿ ਦਿੰਦਾ ਕਿ ਤੁਹਾਡੇ ਆਉਣ ਨਾਲ ਮੇਰਾ ਘਰ ਪਵਿੱਤਰ ਹੋ ਗਿਆ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਕਿ ਪਾਵਹਿ ਦਰਗਹਿ ਮਾਨ। ਦਰਗਾਹ ਦੇ ਵਿੱਚ ਵੀ ਮਾਨ ਸਨਮਾਨ ਇੱਜ਼ਤ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਤੇ ਪਰਮਾਤਮਾ ਦਾ ਭਜਨ ਕੀਤਾ ਹੈ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜੀ। ਰਾਮ ਨਾਮ ਜਪ ਦਿਨਸ ਰਾਤ, ਗੁਰਮੁਖ ਹਰ ਧਨ ਜਾਨ। ਰਾਮ ਦਾ ਅਰਥ ਹੈ ਰਮਿਆ ਹੋਇਆ ਪਰਮੇਸ਼ਰ। ਉਹਦਾ ਨਾਮ ਜੋ ਬਹੁਤ ਪਵਿੱਤਰ ਹੈ। ਜਪ ਦਿਨਸ ਰਾਤ, ਦਿਨ ਰਾਤ ਉਸ ਰਮੇ ਹੋਏ ਪਰਮੇਸ਼ਰ ਦਾ ਨਾਮ ਜਪਣਾ ਕਰ। ਗੁਰਮੁਖ ਹਰ ਧਨ ਜਾਨ। ਗੁਰਮੁਖ ਮੁਖੀ ਗੁਰਾਂ ਤੋਂ ਉਪਦੇਸ਼ ਪ੍ਰਾਪਤ ਕਰਕੇ ਹਰ ਧਨ ਪਰਮੇਸ਼ਰ ਦੇ ਨਾਮ ਧਨ ਨੂੰ ਹੀ ਸੱਚੀ ਦੌਲਤ ਸਮਝ। ਉਸ ਤੋਂ ਇਲਾਵਾ ਜਿੰਨੀ ਮੁਦਰਾ ਹੈ, ਜਿੰਨਾ ਧਨ ਹੈ, ਇਹ ਸਭ ਦਾ ਸਭ ਵਿਅਰਥ ਹੈ। ਵੇਖਦਿਆਂ ਹੀ ਮਾਇਆ ਤੋਹੇ ਗਈ, ਪਛਤਹਿ ਪਛਤਾਇਆ। ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਵੇਂਦਿਆਂ ਵੇਂਦਿਆਂ ਹੀ ਇਹ ਮਾਇਆ ਤੇਰਾ ਸਾਥ ਛੱਡ ਜਾਵੇਗੀ। ਤੇ ਜਿਸ ਮਾਇਆ ਨੇ ਇੱਕ ਦਿਨ ਸਾਥ ਛੱਡ ਜਾਣਾ ਹੈ, ਉਸ ਮਾਇਆ ਨੂੰ ਤੂੰ ਸੱਚੀ ਨਾ ਸਮਝ, ਝੂਠੀ ਹੈ, ਦਿਲ ਬਹਿਲਾਣ ਵਾਲੀ ਹੈ, ਤੇ ਤੇਰੇ ਮਨ ਨੂੰ ਕਪਟ ਧੋਖੇ ਵਿੱਚ ਲੈ ਕੇ ਤੇਰੇ ਜੀਵਨ ਦਾ ਸਮਾਂ ਗਵਾਉਣ ਵਾਲੀ ਹੈ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਹਰ ਧਨ ਜਾਨ। ਜਿਨ੍ਹਾਂ ਮੁਖੀ ਗੁਰਾਂ ਤੋਂ ਉਪਦੇਸ਼ ਪ੍ਰਾਪਤ ਕੀਤਾ, ਉਹਨਾਂ ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਧਨ ਨੂੰ ਹੀ ਸਭ ਤੋਂ ਵੱਡੀ ਦੌਲਤ, ਸਭ ਤੋਂ ਉੱਚਾ ਸੁੱਚਾ ਸਰਮਾਇਆ ਸਮਝਿਆ ਹੈ। ਸਭ ਸੁਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ। ਸਭ ਸੁਖ
ਭਾਵ ਇਸ ਲੋਕ ਤੇ ਪਰਲੋਕ ਦੇ ਜਿੰਨੇ ਵੀ ਸੁੱਖ ਨੇ, ਹਰ ਰਸ ਭੋਗਣੇ ਵਾਹਿਗੁਰੂ ਦੇ ਨਾਮ ਰਸ ਵਿੱਚੋਂ ਉਹਨਾਂ ਰਸਾਂ ਨੂੰ ਭੋਗਿਆ ਜਾਂਦਾ ਹੈ। ਉਹ ਰਸ ਮਾਣੇ ਜਾਂਦੇ ਨੇ, ਦੁਨਿਆਵੀ ਰਸ ਕਸ ਤੇ ਨਾਮ ਦਾ ਮਹਾਰਸ। ਇਹਨਾਂ ਰਸਾਂ ਦੀ ਪ੍ਰਾਪਤੀ, ਤਮਾਮ ਰਸਾਂ ਦਾ ਮਹਾਰਸ ਪਰਮੇਸ਼ਰ ਦੀ ਬੰਦਗੀ ਵਿੱਚੋਂ ਪ੍ਰਾਪਤ ਹੋਵੇਗਾ। ਸੰਤ ਸਭਾ ਮਿਲ ਗਿਆਨ। ਸੰਤ ਸਭਾ ਭਾਵ ਪਰਮੇਸ਼ਰ ਦੇ ਪਿਆਰਿਆਂ ਜੁੜਿਆਂ ਹੋਇਆਂ ਦੀ ਸੰਗਤ। ਜਿਹੜੇ ਆਪ ਜੁੜੇ ਨੇ ਉਹਨਾਂ ਕੋਲ ਬੈਠ ਕੇ ਹੀ ਤੇਰੇ ਜੁੜਨ ਦੀ ਉਮੀਦ ਹੈ। ਜੁੜਿਆਂ ਹੋਇਆਂ ਦੀ ਸੰਗਤ ਪ੍ਰਾਪਤ ਕਰਕੇ ਅਧਿਆਤਮਿਕ ਗਿਆਨ ਪ੍ਰਾਪਤ ਕਰ। ਸੰਤ ਸਭਾ ਮਿਲ ਗਿਆਨ। ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਬੜੇ ਵਡਮੁੱਲੇ ਬਚਨਾਂ ਦਾ ਗਿਆਨ ਹਾਸਲ ਹੁੰਦਾ ਹੈ, ਜਿਹੜਾ ਕਿਤਾਬਾਂ ਵਿੱਚੋਂ ਨਹੀਂ ਮਿਲਦਾ। ਕਿਸੇ ਫਿਲਾਸਫਰ, ਕਿਸੇ ਇੰਜੀਨੀਅਰ ਜਾਂ ਫਿਰ ਕਿਸੇ ਵਿਦਵਾਨ ਨੇ ਜਿਹੜੀਆਂ ਗੱਲਾਂ ਆਪਣੀ ਲਿਖਤ ਵਿੱਚ ਨਹੀਂ ਲਿਖੀਆਂ ਹੁੰਦੀਆਂ, ਉਹ ਗੱਲਾਂ, ਉਹ ਬਚਨ ਜੁੜਿਆਂ ਹੋਇਆਂ ਦੀ ਸੰਗਤ ਵਿੱਚੋਂ ਸੁਣਨ ਵਾਸਤੇ ਮਿਲਦੇ ਨੇ। ਔਰ ਉਹ ਬਚਨ ਆਤਮਿਕ ਗਿਆਨ ਹੁੰਦੇ ਨੇ, ਜਿਹੜਾ ਗਿਆਨ ਆਤਮਾ ਨੂੰ ਸੰਤੁਸ਼ਟੀ ਦੇਣ ਵਾਲਾ ਹੁੰਦਾ ਹੈ, ਆਤਮਾ ਨੂੰ ਭਰਪੂਰ ਕਰਨ ਵਾਲਾ ਹੁੰਦਾ ਹੈ। ਮਹਾਰਾਜ ਕਹਿੰਦੇ ਉਹ ਗਿਆਨ ਸੰਤ ਸਭਾ ਵਿੱਚੋਂ, ਸਤ ਸੰਗਤ ਦੇ ਵਿੱਚੋਂ ਪ੍ਰਾਪਤ ਹੋ ਸਕਦਾ ਹੈ। ਨਿਤ ਅਹਨਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਜਿਨ੍ਹਾਂ ਗੁਰਮੁਖਾਂ ਨੂੰ ਸਤਿਗੁਰੂ ਨੇ ਨਾਮ ਦੀ ਬਖਸ਼ਿਸ਼ ਕਰ ਦਿੱਤੀ, ਸਤਿਗੁਰ ਦੀਆ ਨਾਮ। ਸਤਿਗੁਰਾਂ ਨੇ ਜਿਨ੍ਹਾਂ ਤੇ ਬਖਸ਼ਿਸ਼ ਕਰਕੇ ਨਾਮ ਅੰਮ੍ਰਿਤ ਦੀ ਦਾਤ ਦੇ ਦਿੱਤੀ, ਨਿਤ ਅਹਨਿਸ ਹਰ ਪ੍ਰਭ ਸੇਵਿਆ। ਉਹਨਾਂ ਗੁਰਮੁਖਾਂ ਨੇ ਨਿਤਾ ਪ੍ਰਤੀ ਦਿਨ ਰਾਤ ਪਰਮੇਸ਼ਰ ਦੇ ਨਾਮ ਦਾ ਸੇਵਨ ਕੀਤਾ। ਨਾਮ ਦਾ ਭਜਨ ਕਰਕੇ ਉਹਨਾਂ ਆਪਣੇ ਜੀਵਨ ਨੂੰ ਸਫਲ ਬਣਾ ਲਿਆ। ਕੂਕਰ ਕੂੜ ਕਮਾਈਐ, ਗੁਰ ਨਿੰਦਾ ਪਚੈ ਪਛਾਨ। ਕੂਕਰ ਭਾਵ ਕੁੱਤੇ ਦੀ ਨਿਆਈ ਜਿਹੜਾ ਲਾਲਚੀ ਮਨੁੱਖ ਹੈ, ਉਹ ਕੂੜ ਕਮਾਈ ਹੈ, ਝੂਠ ਦੀ ਹੀ ਕਮਾਈ ਕਰਦਾ ਹੈ। ਜਿੰਨਾ ਧਨ ਜੋੜਦਾ ਹੈ ਸਾਰਾ 2 ਨੰਬਰ ਦਾ, ਜਿੰਨਾ ਪੈਸਾ ਜੋੜਦਾ ਹੈ ਸਾਰੇ ਦਾ ਸਾਰਾ ਪਰਾਇਆ ਹੱਕ ਮਾਰ ਕੇ ਜੋੜਦਾ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੂੜ ਕਮਾਈਐ, ਕੂਕਰ ਦੀ ਨਿਆਈ, ਕੁੱਤੇ ਦੀ ਨਿਆਈ ਲਾਲਚੀ ਮਨੁੱਖ ਝੂਠ ਦੀ ਕਮਾਈ ਕਰਦਾ ਹੈ ਤੇ ਗੁਰ ਨਿੰਦਾ ਪਚੈ ਪਛਾਨ। ਗੁਰੂ ਪੀਰ ਤੇ ਸੰਤ ਮਹਾਤਮਾ ਦੀ ਨਿੰਦਿਆ ਕਰਦਾ ਹੈ। ਨਿੰਦਿਆ ਤੇ ਆਪਣੇ ਆਪ ਹੀ ਕਰੇਗਾ, ਕਿਉਂਕਿ ਜਿਸ ਪੈਸੇ ਤੋਂ, ਜਿਸ ਝੂਠੀ ਕਮਾਈ ਤੋਂ ਸੰਤ ਜਨ ਵਰਜਿਤ ਕਰਦੇ ਨੇ, ਉਹਦੀ ਤੇ ਕਮਾਈ ਹੀ 2 ਨੰਬਰ ਦੀ ਹੈ। ਤੇ ਜਿਹਦਾ ਧਨ, ਜਿਹਦਾ ਸਰਮਾਇਆ ਪਰਾਇਆ ਹੱਕ ਮਾਰ ਕੇ ਇਕੱਠਾ ਕੀਤਾ ਹੋਵੇ, ਉਹ ਗੁਰੂ ਦੀ ਤੇ ਨਿੰਦਿਆ ਕਰੇਗਾ ਹੀ, ਕਿਉਂਕਿ ਗੁਰੂ ਨੇ ਤਾਂ ਹੱਕ ਪਰਾਇਆ ਖਾਣ ਤੋਂ ਰੋਕਣਾ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹਿੰਦੂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਸੀ, ਜੇ ਤੂੰ ਹੱਕ ਮਾਰ ਕੇ ਖਾ ਲਿਆ ਤੇ ਸਮਝ ਲਾ ਗਊ ਦਾ ਮਾਸ ਖਾ ਲਿਆ। ਮੁਸਲਮਾਨ ਨੂੰ ਕਹਿੰਦੇ ਸੀ, ਜੇ ਤੂੰ ਪਰਾਇਆ ਹੱਕ ਖਾਦਾ ਤੇ ਸਮਝ ਲਾ ਤੂੰ ਸੂਰ ਦਾ ਮਾਸ ਖਾ ਲਿਆ। ਤੇ ਦੋਵੇਂ ਧਰਮਾਂ ਦੇ ਵਿੱਚ ਇਸ ਮਾਸ ਨੂੰ ਖਾਣ ਦੀ ਬੜੀ ਮਨਾਹੀ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਫਿਰ ਗੁਰੂ ਦੀ ਨਿੰਦਿਆ ਕਰਦੇ ਨੇ ਉਹ ਮਨਮੁਖ, ਤੇ ਪਚੈ ਪਛਾਨ, ਪਚ ਜਾਂਦੇ ਨੇ, ਭਾਵ ਮਰ ਖੱਪ ਕੇ ਸੜ ਕੇ ਸੁਆਹ ਹੋ ਜਾਂਦੇ ਨੇ। ਆਪਣੇ ਜੀਵਨ ਦੀ ਨੌਕਾ ਨੂੰ ਡੋਬ ਲੈਂਦੇ ਹਨ ਜਿਨ੍ਹਾਂ ਨੇ ਗੁਰੂ ਦੀ ਨਿੰਦਿਆ ਕੀਤੀ ਤੇ ਕੂਕਰ ਕੂੜ ਕਮਾਈਐ, ਝੂਠ ਦੀ ਕਮਾਈ ਕੀਤੀ ਹੈ। ਭਰਮੇ ਭੂਲਾ ਦੁਖ ਘਣੋ, ਜਮ ਮਾਰ ਕਰੈ ਖੁਲਹਾਨ। ਭਰਮ ਦੇ ਵਿੱਚ ਪੈ ਕੇ ਜਿਹੜੇ ਭੁੱਲ ਗਏ, ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਘਣੋ, ਬਹੁਤ ਜ਼ਿਆਦੇ ਦੁੱਖ ਨੇ, ਦੁੱਖ ਹੀ ਦੁੱਖ ਨੇ। ਕਿਉਂਕਿ ਜਦੋਂ ਬੰਦਾ ਆਪਣੀ ਦਿਸ਼ਾ ਤੋਂ ਭਟਕ ਜਾਂਦਾ ਹੈ ਤੇ ਉਦੋਂ ਭਾਵੇਂ ਤੁਰ ਜਿੰਨਾ ਮਰਜ਼ੀ ਲਵੇ,
ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਮੰਨ ਲਓ ਚੌਂਕ ਦੇ ਵਿੱਚੋਂ ਕਿਸੇ ਨੇ ਸੱਜੇ ਪਾਸੇ ਮੁੜਨਾ ਸੀ, ਪਰ ਭੁਲੇਖੇ ਦੇ ਨਾਲ ਮੁੜ ਗਿਆ ਖੱਬੇ ਪਾਸੇ। ਹੁਣ ਖੱਬੇ ਪਾਸੇ ਤੁਰ ਕੇ ਭਾਵੇਂ ਜਿੰਨਾ ਮਰਜ਼ੀ ਸਫ਼ਰ ਕਰ ਲਵੇ, ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਮਹਾਰਾਜ ਕਹਿੰਦੇ ਨੇ, ਬੰਦਾ ਜਿਹੜੇ ਪਾਸੇ ਤੁਰ ਪਿਆ ਹੈ, ਵਿਸ਼ੇ ਵਿਕਾਰਾਂ ਵਾਲੇ ਰਸਤੇ ਤੇ ਜਾਂ ਫਿਰ ਵਾਸ਼ਨਾਵਾਂ ਦੇ ਰਸਤੇ ਤੇ, ਇਹ ਰਸਤਾ ਮੰਜ਼ਿਲ ਤੱਕ ਨਹੀਂ ਪਹੁੰਚਾਵੇਗਾ। ਭਰਮ ਵਿੱਚ ਪੈ ਗਿਆ ਹੈ, ਭਟਕ ਗਿਆ ਹੈ, ਜਿਸ ਕਰਕੇ ਦੁੱਖ ਘਣੋ। ਇਹਨਾਂ ਭਰਮਾਂ ਭਟਕਣਾ ਦੇ ਕਰਕੇ ਬਹੁਤ ਜ਼ਿਆਦੇ ਦੁੱਖ ਸਹੇੜਨੇ ਪੈਂਦੇ ਨੇ। ਜਮ ਮਾਰ ਕਰੈ ਖੁੱਲ੍ਹਾਨ, ਜਮ ਮਾਰਦਾ ਹੈ ਤੇ ਖੁੱਲ ਕੇ ਹਾਨੀ ਕਰਦਾ ਹੈ। ਹਾਨੀ ਤੋਂ ਭਾਵ ਨੁਕਸਾਨ, ਖੁੱਲ ਕੇ ਜੀਵ ਦਾ ਨੁਕਸਾਨ ਕਰਦਾ ਹੈ। ਅਥਵਾ ਖੁੱਲ ਦਾ ਅਰਥ ਹੈ ਖੁੱਲਣਾ। ਇਹ ਠੇਠ ਪੰਜਾਬੀ ਦਾ ਸ਼ਬਦ ਹੈ, ਜਿਸ ਨੂੰ ਮਾਰਿਆ ਕੁੱਟਿਆ ਜਾਣਾ ਹੋਵੇ ਜਾਂ ਮਾਰਿਆ ਕੁੱਟਿਆ ਗਿਆ ਹੋਵੇ, ਉਸ ਨੂੰ ਕਿਹਾ ਜਾਂਦਾ ਕਿ ਇਸ ਨੂੰ ਚੰਗੀ ਤਰ੍ਹਾਂ ਖੁੱਲਿਆ ਗਿਆ। ਮਹਾਰਾਜ ਕਹਿੰਦੇ ਜਮ ਚੰਗੀ ਤਰ੍ਹਾਂ ਖੁੱਲਦੇ ਨੇ। ਜਮ ਮਾਰ ਕਰੇ ਖੁੱਲ੍ਹਾਨ, ਜਮਾਂ ਨੇ ਤੈਨੂੰ ਚੰਗੀ ਤਰ੍ਹਾਂ ਖੁੱਲਣਾ ਹੈ ਜੇ ਤੂੰ ਭਰਮ ਭਟਕਣਾ ਵਿੱਚ ਪੈ ਕੇ ਰੱਬ ਦੇ ਨਾਮ ਨੂੰ ਵਿਸਾਰ ਦਿੱਤਾ। ਮਨਮੁਖ ਸੁਖ ਨਾ ਪਾਈਐ, ਗੁਰਮੁਖ ਸੁਖ ਸੁਭਾਨ। ਮਨ ਨੂੰ ਮੁਖੀ ਬਣਾਉਣ ਵਾਲਿਆਂ ਨੇ ਕਦੇ ਵੀ ਸੁੱਖ ਨਹੀਂ ਪਾਇਆ, ਤੇ ਗੁਰੂ ਦੇ ਆਸ਼ੇ ਮੁਤਾਬਕ ਜ਼ਿੰਦਗੀ ਜਿਉਣ ਵਾਲੇ ਗੁਰਮੁਖ ਸੁਖ ਸੁਭਾਨ। ਸੁਭਾਨ ਭਾਵ ਸੋਭਾ, ਸੋਭਾ ਵਡਿਆਈ ਵੀ ਹੁੰਦੀ ਹੈ। ਅਥਵਾ ਸੁਭਾਨ ਦਾ ਅਰਥ ਹੈ ਸੁਭਾਨ, ਸ੍ਰੇਸ਼ਟ ਸੁੰਦਰ। ਉਸ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੁਆਰਾ ਗੁਰਮੁਖਾਂ ਨੂੰ ਸਦਾ ਹੀ ਸੁੱਖ ਮਿਲਦੇ ਹਨ। ਐਥੈ ਧੰਦ ਪਿਟਾਈਐ, ਸੱਚ ਲਿਖਤ ਪਰਵਾਨ। ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਜਿਹੜੇ ਮਨਮੁਖ ਇੱਥੇ ਦੁਨਿਆਵੀ ਧੰਦਿਆਂ ਦੇ ਵਿੱਚ ਹੀ ਪਿੱਟਦੇ ਰਹੇ, ਸਾਰੀ ਉਮਰ ਇਹੋ ਰੋਣਾ ਕੁਰਲਾਉਣਾ ਲੱਗਾ ਰਿਹਾ ਕਿ ਕੰਮ ਦਾ ਹੀ ਸਿਰ ਤੇ ਬੋਝ ਬਣਿਆ ਰਿਹਾ, ਧੰਦਿਆਂ ਦੇ ਵਿੱਚ ਪਿੱਟਦੇ ਰਹੇ, ਅਥਵਾ ਧੰਦ ਪਿਟਾਈਆ ਕਿ ਧੰਦੇ ਹੀ ਕਰਦੇ ਰਹੇ, ਸੱਚ ਲਿਖਤ ਪ੍ਰਵਾਨ, ਉਹ ਤਾਂ ਪਰਮੇਸ਼ਰ ਦੇ ਘਰ ਵਿੱਚੋਂ ਨਕਾਰੇ ਜਾਣਗੇ। ਪਰ ਜਿਨ੍ਹਾਂ ਸੱਚ ਲਿਖਤ, ਸੱਚੇ ਨਾਮ ਦੀ ਲਿਖਤ ਆਪਣੇ ਹਿਰਦੇ ਉੱਪਰ ਲਿਖ ਲਈ, ਉਹੀ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਹੋਣਗੇ। ਹਰ ਸੱਜਣ ਗੁਰ ਸੇਵਦਾ, ਗੁਰ ਕਰਨੀ ਪ੍ਰਦਾਨ। ਜਿਹੜੇ ਸੱਜਣ ਭਾਵ ਸ੍ਰੇਸ਼ਟ ਪੁਰਖ ਨੇ, ਉਹ ਗੁਰੂ ਦੀ ਸੇਵਾ ਕਰਦੇ ਨੇ। ਹਰ ਸੱਜਣ ਗੁਰ ਸੇਵਦਾ, ਸ੍ਰੇਸ਼ਟ ਪੁਰਖ ਗੁਰੂ ਦੀ ਸੇਵਾ ਕਰਕੇ ਪਰਮੇਸ਼ਰ ਦਾ ਭਜਨ ਕਰਦੇ ਹਨ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਗੁਰ ਕਰਨੀ ਪ੍ਰਧਾਨ। ਗੁਰੂ ਦੇ ਘਰ ਵਿੱਚ ਕਰਨੀ ਪ੍ਰਧਾਨ ਹੈ। ਕਰਨੀ ਭਾਵ ਭਗਤੀ ਰੂਪੀ ਕਰਨੀ। ਇੱਥੇ ਗਿਆਨ ਧਿਆਨ ਦੀਆਂ ਗੱਲਾਂ ਜਾਂ ਫਿਰ ਚੁੰਚ ਗਿਆਨ ਦੀਆਂ ਗੱਲਾਂ ਪ੍ਰਵਾਨ ਨਹੀਂ। ਗੁਰੂ ਦੇ ਕੋਲ, ਪਰਮੇਸ਼ਰ ਕੋਲ ਭਗਤੀ ਰੂਪੀ ਕਰਨੀ ਪ੍ਰਵਾਨ ਹੈ। ਇਸੇ ਦੀ ਪ੍ਰਧਾਨਤਾ ਹੈ ਭਾਈ। ਇੱਥੇ ਕਰਨੀ ਜਿਹੜਾ ਕਰੇਗਾ ਉਹੀ ਸਵਰਗਾਂ ਵਿੱਚ ਜਾਵੇਗਾ। ਕਰਨੀ ਬਾਝੋਂ ਭਿਸਤ ਨਾ ਹੋਏ। ਸ੍ਰੇਸ਼ਟ ਕਰਨੀ ਤੋਂ ਬਗੈਰ ਕਦੇ ਵੀ ਕਿਸੇ ਨੂੰ ਬਹਿਸ਼ਤ ਦੀ ਪ੍ਰਾਪਤੀ ਭਾਵ ਸਵਰਗਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤਾਂ ਕਰਕੇ ਮਹਾਰਾਜ ਕਹਿੰਦੇ, ਗੁਰੂ ਘਰ ਦੇ ਵਿੱਚ ਤੇਰੇ ਕਰਮਾਂ ਅਨੁਸਾਰ ਤੈਨੂੰ ਫਲ ਮਿਲੇਗਾ। ਨਾਨਕ ਨਾਮ ਨਾ ਵਿਸਰੈ, ਕਰਮ ਸੱਚਾ ਨੀਸਾਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਸ਼ਬਦ ਦੀ ਸਮਾਪਤੀ ਕਰਦੇ ਬਖਸ਼ਿਸ਼ ਕਰਦੇ ਹਨ ਕਿ ਹੇ ਪ੍ਰਮਾਤਮਾ, ਕਿਰਪਾ ਕਰ ਸਾਡੇ ਮਨ ਵਿੱਚੋਂ ਤੇਰਾ ਨਾਮ ਕਦੇ ਵੀ ਨਾ ਭੁੱਲੇ, ਤੇ ਕਰਮ ਸੱਚੇ ਨੀਸਾਨ। ਕਰਮ ਭਾਵ ਚੰਗੇ ਕਰਮਾਂ ਦੁਆਰਾ ਸੱਚੇ ਨੀਸਾਨ, ਸੱਚੇ ਪਰਮੇਸ਼ਰ ਦਾ ਨਾਮ ਜਪਣ ਰੂਪੀ ਨਿਸ਼ਾਨ ਕਹੀਏ ਲੇਖ ਉਗੜਦਾ ਹੈ। ਤੇ ਜਦੋਂ ਉਹ ਚੰਗਾ ਲੇਖ ਉਗੜ ਆਵੇ, ਅੱਗੇ ਆ ਜਾਏ, ਤਾਂ ਹੀ ਰੱਬ ਦੇ ਨਾਮ ਦਾ ਸਿਮਰਨ ਹੋ ਸਕਦਾ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦੋਂ ਪੂਰਬਲੇ ਕਰਮ, ਚੰਗੇ ਕਰਮ ਅੱਗੇ ਆਉਣ,
ਤਾਂ ਹੀ ਇਹ ਜੀਵ ਜਦੋਂ ਮਸਤਕ ਦੇ ਲੇਖ ਉਗੜਦੇ ਨੇ ਤਾਂ ਹੀ ਪਰਮੇਸ਼ਰ ਦਾ ਭਜਨ ਕਰ ਸਕਦਾ ਹੈ, ਨਹੀਂ ਤਾਂ ਧੰਦਿਆਂ ਦੇ ਵਿੱਚ ਹੀ ਪਿੱਟਦਾ ਹੋਇਆ ਆਪਣੀ ਸਾਰੀ ਉਮਰਾਂ ਵਿਹਾ ਜਾਂਦਾ ਹੈ ਤੇ ਜੀਵਨ ਬਤੀਤ ਕਰਨ ਤੋਂ ਬਾਅਦ ਕੇਵਲ ਪੱਲੇ ਪਛਤਾਵਾ ਰਹਿੰਦਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੋਂ ਤੱਕ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਗੁਰਬਾਣੀ ਦੀ ਪਰਮ ਪਵਿੱਤਰ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਤਾਂ ਕਿ ਲੋਕ ਪਰਲੋਕ ਸਫਲ ਹੋ ਜਾਏ। ਇੰਨੀਆਂ ਬੇਨਤੀਆਂ ਸਰਬੱਤ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਸਰਬੱਤ ਸੰਗਤ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਹਰ ਸੱਜਣ ਗੁਰ ਸੇਵਦਾ, ਗੁਰ ਕਰਨੀ ਪ੍ਰਦਾਨ। ਨਾਨਕ ਨਾਮ ਨਾ ਵਿਸਰੈ, ਕਰਮ ਸੱਚਾ ਨੀਸਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ,